ਜਫ਼ਰਨਾਮਾ ਕੀ ਹੈ? ਗੁਰੂ ਸਾਹਿਬ ਜੀ ਨੇ ਉਸ ਵਿੱਚ ਕੀ ਲਿਖਿਆ? ਔਰੰਗਜ਼ੇਬ ਨੇ ਕੀ ਪੜ੍ਹਿਆ ਤੇ ਉਹਦੀ ਕਿੰਜ ਮੌਤ ਹੋ ਗਈ? ਇਹ ਸਵਾਲ ਤਾਂ ਬਹੁਤ ਸਾਰੇ ਸੂਝਵਾਨ ਵੀਰਾਂ ਦੇ ਦਿਮਾਗ 'ਚ ਆਉਂਦਾ ਹੋਵੇਗਾ। ਹੋ ਸਕਦਾ ਕਿ ਬਹੁਤ ਸਾਰੇ ਵੀਰਾਂ ਨੂੰ ਜਫ਼ਰਨਾਮੇ ਬਾਰੇ ਪੂਰੀ ਜਾਣਕਾਰੀ ਹੋਵੇ। ਇਹ ਵੀ ਹੋ ਸਕਦਾ ਕਿ ਬਹੁਤ ਸਾਰੇ ਵੀਰਾਂ ਨੂੰ ਜਫ਼ਰਨਾਮੇ ਬਾਰੇ ਬਹੁਤੀ ਜਾਣਕਾਰੀ ਨਾ ਹੋਵੇ ਤਾਂ ਉਹਨਾਂ ਨੇ ਇੰਨਾ ਕੁ ਹੀ ਸੁਣਿਆ ਹੋਵੇ ਕਿ ਔਰੰਗਜ਼ੇਬ ਨੂੰ ਖੱਤ ਪਾਇਆ ਸੀ ਤੇ ਔਰੰਗਜ਼ੇਬ ਪੜ੍ਹ ਕੇ ਉਹਦੀ ਮੌਤ ਹੋ ਗਈ। ਵੀਰੋ, ਹਰੇਕ ਸਿੱਖ ਦਾ ਫਰਜ਼ ਬਣਦਾ ਕਿ ਜਿਹੜਾ ਜਫ਼ਰਨਾਮਾ ਹੈਗਾ ਉਹਦੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਵੇ। ਉਹਦੇ ਵਿੱਚ ਕੀ ਲਿਖਿਆ ਸੀ, ਕਿੱਦਾਂ ਦੀ ਭਾਸ਼ਾ ਲਿਖੀ ਸੀ, ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਸੀ, ਕਿੱਥੇ ਲਿਖਿਆ ਗਿਆ ਸੀ ਤੇ ਉਹਦੇ ਵਿੱਚ ਕਿਹੜੀ ਜੰਗ ਦਾ ਵਰਣਨ ਕੀਤਾ ਗਿਆ ਤੇ ਕਿੰਜ ਸ਼ੁਰੂਆਤ ਹੋਈ ਤੇ ਕਿੰਜ ਜਫ਼ਰਨਾਮੇ ਦੀ ਅਖੀਰਤਾ ਦੀ ਹੁੰਦੀ ਆ। ਇਹ ਸਵਾਲ ਜਿਹੜੇ ਸੁਭਾਵਿਕ ਸਿੱਖ ਕੌਮ ਦੇ ਵਿੱਚ ਆਉਣੇ ਚਾਹੀਦੇ ਆ, ਪਰ ਅਫਸੋਸ ਮੈਨੂੰ ਇੰਜ ਲੱਗਦਾ ਕਿ ਬਹੁਤ ਸਾਰੇ ਭੈਣ ਭਰਾਵਾਂ ਨੇ ਹੋ ਸਕਦਾ ਜ਼ਿੰਦਗੀ 'ਚ ਕਦੀ ਜਫ਼ਰਨਾਮਾ ਹੀ ਨਾ ਪੜ੍ਹਿਆ ਹੋਵੇ, ਸੁਣਿਆ ਜ਼ਰੂਰ ਹੋ ਸਕਦਾ ਆ। ਹੁਣ ਆਪਾਂ ਅੱਜ ਗੱਲ ਕਰਦੇ ਹਾਂ ਜਫ਼ਰਨਾਮਾ ਦੀ ਕਿ ਜਫ਼ਰਨਾਮਾ ਹੈ ਕੀ ਸੀ। ਤੁਹਾਨੂੰ ਵੀ ਪਤਾ ਕਿ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੋਂ ਹੁੰਦੇ ਹੋਏ ਦੀਨਾ ਕਾਂਗੜ ਪਹੁੰਚਦੇ ਨੇ ਤੇ ਉੱਥੇ ਆ ਕੇ ਉਹ ਇੱਕ ਖੱਤ ਲਿਖਦੇ ਨੇ ਜਿਹਨੂੰ ਜਫ਼ਰਨਾਮਾ ਕਿਹਾ ਜਾਂਦਾ ਆ। ਉਹ ਇੱਕ ਫਾਰਸੀ ਭਾਸ਼ਾ ਦਾ ਸ਼ਬਦ ਸੀ ਜਿਹਦਾ ਭਾਵ ਸੀ ਕਿ ਜਿੱਤ ਦਾ ਖੱਤ। ਇਹਦੇ ਵਿੱਚ 111 ਜਿਹੜੇ ਨੇ ਛੰਦ ਜਿਹੜੇ ਸੀ, ਆਪਾਂ ਉਹਨੂੰ ਗੁਰਬਾਣੀ ਵੀ ਕਹਿ ਸਕਦੇ ਹਾਂ, ਤੱਤ ਵੀ ਕਹਿ ਸਕਦੇ ਹਾਂ, ਆਪਣੀ ਸਤਿਕਾਰ ਵਜੋਂ ਕੋਈ ਵੀ ਸ਼ਬਦ ਕਹਿ ਸਕਦੇ ਹਾਂ ਆਪਾਂ। ਤੇ 111 ਜਿਹੜੇ ਹੀ ਛੰਦ, ਜਿਹੜੇ ਹੀ ਕਾਵ ਪਦ ਵੀ ਕਹਿ ਸਕਦੇ ਹਾਂ। ਕਹਿਣ ਤੋਂ ਭਾਵ ਕਿ ਉਹ ਚੀਜ਼ਾਂ ਜਿਨ੍ਹਾਂ ਨੂੰ ਤੁਕਾਂ ਦੇ ਮੁਤਾਬਕ ਬੋਲਿਆ ਜਾਂਦਾ ਆ। ਇਹ ਫਾਰਸੀ ਭਾਸ਼ਾ 'ਚ ਹੀ ਕਿਉਂ ਲਿਖਿਆ ਗਿਆ? ਹੁਣ ਸਵਾਲ ਤੇ ਵੀ ਖੜਾ ਹੁੰਦਾ ਕਿਉਂਕਿ ਉਸ ਸਮੇਂ ਜਿਹੜੀ ਹੀ ਮੁਗਲ ਰਾਜ ਦੀ ਭਾਸ਼ਾ ਜਿਹੜੀ ਹੀ ਫਾਰਸੀ ਸੀ ਤੇ ਉਹ ਹਰ ਥਾਂ ਹੀ ਚੱਲਦੀ ਸੀ। ਇਸ ਕਰਕੇ ਉਹਨੂੰ ਗੁਰੂ ਸਾਹਿਬ ਵੀ ਫਾਰਸੀ ਚੰਗੀ ਤਰ੍ਹਾਂ ਜਾਣਦੇ ਸਨ, ਇਸ ਕਰਕੇ ਇਹਨੂੰ ਫਾਰਸੀ ਭਾਸ਼ਾ 'ਚ ਲਿਖਿਆ ਗਿਆ। ਹੁਣ ਸਵਾਲ ਖੜਾ ਇਹ ਹੁੰਦਾ ਵੀ ਔਰੰਗਜ਼ੇਬ ਨੂੰ ਹੀ ਜਫ਼ਰਨਾਮਾ ਕਿਉਂ ਲਿਖਿਆ ਗਿਆ? ਜੋ ਔਰੰਗਜ਼ੇਬ ਤੇ ਮੌਕੇ ਤੇ ਨਹੀਂ ਸੀ। ਉਹਦਾ ਕਾਰਨ ਜਿਹੜੇ ਤੁਹਾਡੇ ਵਰਗੇ ਤੇ ਸੂਝਵਾਨ ਵੀਰੋ ਲੱਭਦੇ ਕਿ ਜਿਹੜੇ ਵੀ ਹਿੰਦੂ ਪਹਾੜੀ ਰਾਜੇ ਸਨ ਜਾਂ ਜਿਹੜਾ ਵਜ਼ੀਰ ਖਾਂ ਸਰਹੰਦ, ਇਹ ਸਾਰੇ ਦੇ ਸਾਰੇ ਹੀ ਉਹਦੇ ਅੰਡਰ 'ਚ ਸਨ ਤੇ ਉਹਦਾ ਫਰਜ਼ ਵੀ ਬਣਦਾ ਸੀ ਕਿ ਉਹ ਇਹਨਾਂ ਤੇ ਕਾਰਵਾਈ ਕਰਦਾ, ਇਹਨਾਂ ਦਾ ਧਿਆਨ ਰੱਖਦਾ ਵੀ ਇਹਨਾਂ ਨੇ ਕੀ ਜਿਹੜਾ ਵਾ ਜ਼ੁਲਮ ਕਰ ਰਹੇ ਨੇ, ਕੀ ਇਹਨਾਂ ਦੇ ਤਸ਼ੱਦਦ ਹੋ ਰਹੇ ਨੇ। ਫਿਰ ਇਹ ਖੱਤ ਜਿਹੜਾ ਵਾ ਗੁਰੂ ਸਾਹਿਬ ਜੀ ਨੇ ਦੀਨਾ ਕਾਂਗੜ 1705 ਨੂੰ ਉਸ ਥਾਂ ਤੋਂ ਲਿਖਿਆ ਤੇ ਜਿਸ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਜਿਹੜੇ ਸੀ ਉਹ ਲੈ ਕੇ ਗਏ ਸਨ। ਜਦੋਂ ਇਹ ਖੱਤ ਲਿਖਿਆ ਗਿਆ ਤੇ ਖੱਤ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਕਿੱਥੋਂ ਕੀਤੀ? ਉਸ ਪਰਮਾਤਮਾ ਦੀ ਉਸਤਤ ਤੋਂ। ਜਿੱਦਾਂ ਵੀ ਆਪਾਂ ਵੀ ਕੋਈ ਚੀਜ਼ ਲਿਖਦੇ ਹਾਂ ਤੇ ਉਹਦਾ ਆਰੰਭਤਾ ਜਿਹੜੀ ਆ ਉਸ ਰੱਬ ਨੂੰ ਯਾਦ ਕਰਕੇ ਲਿਖਦੇ ਹਾਂ ਤੇ ਗੁਰੂ ਮਹਾਰਾਜ ਜੀ ਨੇ ਉਸ ਰੱਬ ਨੂੰ ਯਾਦ ਕਰਕੇ ਜਿਹੜੇ ਉਹ ਸ਼ਬਦਾਂ ਦੀ ਸ਼ੁਰੂਆਤ ਕੀਤੀ, ਉਹਦੀ ਵਡਿਆਈ ਕਰਦਿਆਂ ਸਰਬ ਵਿਆਪਕ ਤੇ ਸ਼ਕਤੀਮਾਨ। ਨਾਲ ਹੀ ਲਿਖਦਿਆਂ ਉਹਨਾਂ ਨੇ ਫਿਰ ਚਮਕੌਰ ਸਾਹਿਬ ਦਾ ਵੀ ਵਰਣਨ ਕੀਤਾ। ਇਹਦੇ ਵਿੱਚ ਉਹਨਾਂ ਨੇ ਔਰੰਗਜ਼ੇਬ ਦੇ ਜਾਂ ਮੁਗਲ ਰਾਜ ਦੀ ਵਰਦੀ ਦਾ ਵੀ ਜ਼ਿਕਰ ਕੀਤਾ ਕਿ ਉਹਦੇ ਵਿੱਚ ਉਹਨਾਂ ਨੇ ਕਾਲੀ ਵਰਦੀ ਪਾਈ ਸੀ, ਜਿਹੜੇ ਮੁਗਲਾਂ ਦੇ ਸਿਪਾਹੀ ਸਨ। ਇਹਦਾ ਮਤਲਬ ਇਹ ਮੁਗਲਾਂ ਦੇ ਨਾਲ ਹੋਰ ਵੀ ਲੋਕ ਜੁੜੇ ਹੋਏ ਸਨ, ਯਾਨੀ ਕਿ ਹੋਰ ਵੀ ਰੰਗੜ ਜਿਵੇਂ ਲਾ ਲਓ, ਪਹਾੜੀ ਰਾਜੇ ਲਾ ਲਓ, ਗੁਰੂ ਸਾਹਿਬ ਦੇ ਕਈ ਹੋਰ ਜਿਹੜੇ ਈਰਖਾ ਕਰਦੇ ਉਹਨਾਂ ਵੀ ਵਿੱਚ ਸਨ। ਲੇਕਿਨ ਉਹ ਜਿਹੜੀ ਮੁਗਲ ਰਾਜ ਦੀ ਵਰਦੀ ਸੀ ਉਹ ਕਾਲੇ ਰੰਗ ਦੀ ਇਹਦੇ ਵਿੱਚ ਵਿਖਾਈ ਗਈ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਜਫ਼ਰਨਾਮੇ ਦੇ ਵਿੱਚ ਇਹ ਵੀ ਵਰਣਨ ਕਰਦੇ ਕਿ ਕਰੀਬ 10 ਲੱਖ ਦੀ ਫੌਜ ਸੀ ਜਿਹੜੀ ਤੇਰੇ ਅੰਡਰ 'ਚ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਸੀ ਤੇ ਬਾਦਸ਼ਾਹ ਨਾਲ ਹੀ ਗੱਲ ਹੋ ਸਕਦੀ ਸੀ ਨਾ, ਕਿ ਉਹਦੇ ਕਰੀਬ 10 ਲੱਖ ਸਨ ਤੇ ਦੂਜੇ ਪਾਸੇ 40 ਸਿੱਖ ਸਨ ਜਿਹੜੇ ਉਹ ਵੀ ਭੁੱਖੇ ਸਨ। ਕਹਿਣ ਤੋਂ ਭਾਵ ਗੱਲ ਕਿ ਉਸ ਦਿਨ ਜਿੱਦਣ ਗੁਰੂ ਸਾਹਿਬ ਜੀ ਪਰਿਵਾਰ ਵਿਛੋੜਾ ਜਿੱਥੋਂ ਹੋਇਆ ਸਰਸਾ ਨਦੀ ਤੋਂ, ਜਾਂ ਰਾਤ ਨੂੰ ਗੁਰੂ ਸਾਹਿਬ ਚੱਲੇ ਨੇ ਤੇ ਅਗਲੇ 2 ਦਿਨ ਜਿੰਨਾ ਵੀ ਸਮਾਂ ਨਿਕਲਿਆ ਉਹਨਾਂ ਨੂੰ ਉੱਥੇ ਭੋਜਨ ਖਾਣ ਨੂੰ ਉਹਨਾਂ ਦੇ ਸਿੰਘਾਂ ਨੂੰ ਨਹੀਂ ਮਿਲਿਆ ਸੀ ਤੇ ਸਿੰਘ ਜਿਹੜੇ ਭੁੱਖੇ ਹੀ ਸਨ। ਤੇ ਨਾਲ ਹੀ ਗੁਰੂ ਸਾਹਿਬ ਉਹ ਗੱਲ ਕਰਦੇ ਨੇ ਨਾਰ ਖਾਨ ਦੀ, ਉਹਦਾ ਜਰਨੈਲ ਦੀ। ਨਾਲ ਹੀ ਗੱਲ ਕਰਦੇ ਨੇ ਜਿਹੜਾ ਖਵਾਜਾ ਮਰਦੂਦ ਸੀ, ਉਹਨੂੰ ਦੱਸਿਆ ਕਿ ਬੜਾ ਡਰਪੋਕ ਤੇਰੇ ਜਰਨੈਲ ਸਨ, ਬੇਸ਼ੱਕ 10 ਲੱਖ ਫੌਜ ਹੀ ਤੇ ਲੇਕਿਨ ਬੜੇ ਡਰਪੋਕ ਸਨ। ਇੱਥੇ ਗੁਰੂ ਸਾਹਿਬ ਇੱਕ ਹੋਰ ਵੀ ਗੱਲ ਕਰਦੇ ਆ ਜਫ਼ਰਨਾਮੇ ਦੇ ਵਿੱਚ ਕਿ ਇਹਨਾਂ ਕਸਮਾਂ ਖਾਧੀਆਂ ਬਹੁਤ ਸਾਰਿਆਂ ਨੇ, ਚਾਹੇ ਉਹ ਮੁਗਲ ਸਨ ਜਿਹੜੇ ਉਹਨਾਂ ਦੇ ਰਾਜ ਨਾਲ ਜੁੜੇ ਹੋਏ ਸਨ, ਚਾਹੇ ਹਿੰਦੂ ਰਾਜੇ ਸਨ। ਹੁਣ ਵੇਖੋ ਜਿਹੜਾ ਬੰਦਾ ਕਸਮਾਂ ਖਾਵੇਗਾ ਕਿ ਤਰਲੇ ਕੱਢੇ, ਇੱਥੋਂ ਪਤਾ ਲੱਗਦਾ ਕਿ ਕਿੰਨੀਆਂ ਉਹਨਾਂ ਨੇ ਹੱਥ ਜੋੜੇ ਹੋਣਗੇ ਗੁਰੂ ਸਾਹਿਬ ਗਾੜੇ, ਕਿੰਨੀਆਂ ਮਿੰਨਤਾਂ ਕੀਤੀਆਂ ਹੋਣਗੀਆਂ, ਕਿੰਨੇ ਤਰਲੇ ਕੀਤੇ ਹੋਣਗੇ ਕਿ ਤੁਸੀਂ ਭਾਈ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ। ਲੇਕਿਨ ਗੁਰੂ ਸਾਹਿਬ ਜੀ ਨੂੰ ਉਹਨਾਂ ਬਾਰੇ ਤੇ ਪਤਾ ਸੀ ਵੀ ਇਹ ਮਕਾਰ ਲੋਕ ਨੇ, ਇਹ ਲੂੰਬੜ ਨੇ, ਇਹ ਗਲਤ ਲੋਕ ਨੇ। ਇਸ ਕਰਕੇ ਗੁਰੂ ਸਾਹਿਬ ਮੁੜ ਕੇ ਖੱਤ ਵਿੱਚ ਵੀ ਲਿਖਦੇ ਨੇ ਜਫ਼ਰਨਾਮੇ ਵਿੱਚ ਕਿ ਔਰੰਗਜ਼ੇਬ, ਮੈਂ ਤਾਂ ਤੈਨੂੰ ਬੜਾ ਧਰਮੀ ਸਮਝਦਾ ਸਾਂ ਲੇਕਿਨ ਤੂੰ ਤਾਂ ਇੱਕ ਲੂੰਬੜ ਨਿਕਲਿਆ।
ਨਾਲ ਹੀ ਉਹਨਾਂ ਕਿਹਾ ਕਿ ਮੈਂ ਸਮਝਦਾ ਕਿ ਤੂੰ ਆਪਣੇ ਆਪ ਨੂੰ ਸਮਝਦਾ ਕਿ ਮੈਂ ਇੱਕ ਸੱਚਾ ਮੁਸਲਮਾਨ ਵੀ ਹਾਂ, ਮੈਂ ਇੱਕ ਵਧੀਆ ਰਾਜਾ ਵੀ ਹਾਂ, ਲੇਕਿਨ ਤੇਰੇ ਜਿਹੜੀਆਂ ਹੀ ਡਰਪੋਕ ਬੰਦਾ, ਤੂੰ ਬਹੁਤ ਜ਼ਿਆਦਾ ਡਰਪੋਕ ਆ, ਇਸ ਕਰਕੇ ਤੇਰੇ ਮਤਲਬ ਤੂੰ ਆਪਣੇ ਦੀਨ ਦਾ ਪੱਕਾ ਨਹੀਂ, ਤੂੰ ਆਪਣੇ ਧਰਮ ਦਾ ਪੱਕਾ ਨਹੀਂ ਆ, ਤੇਰੇ ਤੇ ਕਿਸੇ ਵੀ ਗੱਲ ਦਾ ਇਤਬਾਰ ਨਹੀਂ ਕੀਤਾ ਜਾ ਸਕਦਾ, ਤੂੰ ਝੂਠਾ ਆ। ਕਹਿਣ ਤੋਂ ਭਾਵ ਕਿ ਉਹਨਾਂ ਨੇ ਉਹਨੂੰ ਰੱਜ ਕੇ ਮਤਲਬ ਉਹ ਚੀਜ਼ ਕਿੰਨੀ ਨਿਡਰਤਾ ਦੇ ਨਾਲ ਪੇਸ਼ ਕੀਤੀ। ਇੱਕ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਆ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਕਿੰਨੀ ਨਿਡਰਤਾ ਦੇ ਨਾਲ ਉਸ ਸਮੇਂ ਦੇ ਮੁਤਾਬਕ ਔਰੰਗਜ਼ੇਬ ਨੂੰ ਲਿਖਣਾ ਤੇ ਔਰੰਗਜ਼ੇਬ ਨੂੰ ਅਹਿਸਾਸ ਕਰਾਉਣਾ ਕਿ ਤੂੰ ਬਾਹਰੀ ਤੌਰ ਤੇ ਕਿੱਦਾਂ ਦੇ ਤੇ ਅੰਦਰੂਨੀ ਤੌਰ ਤੇ ਕਿੱਦਾਂ ਦਾ। ਫਿਰ ਇਹ ਜਿਹੜੀਆਂ ਗੱਲਾਂ ਸੀ ਔਰੰਗਜ਼ੇਬ ਨੂੰ ਅੰਦਰ ਹੀ ਅੰਦਰ ਖਾ ਗਈਆਂ। ਮੈਂ ਆਸ ਕਰਦਾ ਕਿ ਸਾਡੇ ਜਿਹੜੀ ਇਹ ਨਵੀਂ ਪੀੜ੍ਹੀ ਆ ਉਹਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਜਿੱਥੇ ਆਪਾਂ ਇੰਨੇ ਮਹਿੰਗੇ ਕੱਪੜੇ ਖਰੀਦਦੇ ਆ, ਉੱਥੇ ਇੱਕ ਕਿਤਾਬ ਆਪਾਂ ਖਰੀਦ ਕੇ ਪੜ੍ਹ ਲਈਏ ਤੇ ਸਾਨੂੰ ਪਤਾ ਲੱਗ ਜਾਏ ਕਿ ਸਾਡੇ ਗੁਰੂ ਸਾਹਿਬ ਜੀ ਨੇ ਕੀ ਕੁਝ ਲਿਖਿਆ। ਗੁਰੂ ਸਾਹਿਬ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਸਾਰਾ ਪਤਾ ਸੀ। ਫਿਰ ਔਰੰਗਜ਼ੇਬ ਇੰਨਾ ਸ਼ਰਮਿੰਦਾ ਹੋਇਆ, ਇੰਨਾ ਮਤਲਬ ਉਹਨੇ ਮਹਿਸੂਸ ਕੀਤਾ ਕਿ ਫਿਰ ਕੁਝ ਇਤਿਹਾਸਕਾਰਾਂ ਦਾ ਇਹ ਵੀ ਵਿਚਾਰ ਹੈ ਕਿ ਉਹਨੇ ਮੁੜ ਕੇ ਤੁਰੰਤ ਜਿਹੜਾ ਹੀ ਐਕਸ਼ਨ ਲਿਆ ਕਿ ਜਿਹੜੇ ਜਿੱਥੇ ਵੀ ਉਹਦੇ ਬੰਦੇ ਸਨ ਉਹਨੂੰ ਕਿਹਾ ਫਿਰ ਗੁਰੂ ਸਾਹਿਬ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਹੋਣਾ ਚਾਹੀਦਾ। ਇਹ ਕੁਝ ਲੋਕਾਂ ਦਾ ਵਿਚਾਰ ਆ, ਮਤਲਬ ਇੰਜ ਦੀ ਜਿਹੜੀ ਆ ਗੱਲ ਸੁਣ ਚ ਆਈ ਤੇ ਫਿਰ ਉਹਨਾਂ ਮੁਲਾਕਾਤ ਕਰਨੀ ਚਾਹੀ ਔਰੰਗਜ਼ੇਬ ਨੇ ਕਿ ਮੈਂ ਗੁਰੂ ਸਾਹਿਬ ਜੀ ਨਾਲ ਮੁਲਾਕਾਤ ਕਰਾਂ। ਫਿਰ ਨਾਲ ਹੀ ਉਹਨਾਂ ਨੇ ਸਾਰਾ ਵਰਣਨ ਕੀਤਾ ਮਤਲਬ ਜੋ ਵੀ ਉਸ ਸਮੇਂ ਦੇ ਮੁਤਾਬਕ ਵਾਪਰਿਆ ਤੇ ਅਖੀਰ ਜਦੋਂ ਜ਼ਫਰਨਾਮਾ ਦੀ ਸਮਾਪਤੀ ਦਾ ਅੰਤ ਲਿਖ ਕਰਦੇ ਨੇ ਉਦੋਂ ਵੀ ਉਸ ਰੱਬ ਦੀ ਉਸਤਤ ਕਰਦਿਆਂ ਲਿਖਦੇ ਨੇ, ਬੜੇ ਪ੍ਰਸੰਨ ਹੋ ਕੇ ਲਿਖਦੇ ਨੇ, ਕੋਈ ਸ਼ਿਕਵਾ ਨਹੀਂ ਕਰਦੇ ਉਸ ਰੱਬ ਦੇ ਨਾਲ, ਉਸ ਕੁਦਰਤ ਦੇ ਨਾਲ। ਮੈਂ ਆਸ ਕਰਦਾ ਕਿ ਮੇਰੇ ਭੈਣ ਭਰਾ ਜ਼ਫਰਨਾਮਾ ਜ਼ਰੂਰ ਇਹਦਾ ਉਹਨਾਂ ਕੁ ਮੀਨਿੰਗ ਹੋ ਸਕਦਾ ਮੈਂ ਪੂਰੀ ਤਰ੍ਹਾਂ ਦੱਸ ਨਾ ਸਕਿਆ ਹੋਵਾਂ, ਕੋਈ ਕਮੀਆਂ ਵੀ ਰਹਿ ਗਈਆਂ ਹੋਣ ਤੇ ਕਿਰਪਾ ਕਰਕੇ ਆਪਣੇ ਵੀਰ ਨੂੰ ਛੋਟਾ ਭਰਾ ਸਮਝ ਕੇ ਜਾਂ ਅਣਜਾਣ ਸਮਝ ਕੇ ਉਹ ਗੁਸਤਾਖੀ ਮਾਫ ਕਰ ਦੇਣੀ ਤੇ ਜਿਹੜਾ ਕੋਈ ਚੰਗਾ ਪਲੱਸ ਪੁਆਇੰਟ ਹੋਵੇ ਥੱਲੇ ਕਮੈਂਟ 'ਚ ਸ਼ੇਅਰ ਕਰਨਾ। ਫਿਰ ਆਪਾਂ ਅਗਲੀ ਵਾਰੀ ਜਾਂ ਤੁਸੀਂ ਇਹਨੂੰ ਹੋਰ ਸੁਧਾਰ ਕਰਕੇ ਜ਼ਰੂਰ ਸਾਂਝਾ ਕਰਿਓ। ਮਕਸਦ ਵੀਰੋ ਆਪਣਾ ਇਹ ਆ ਕਿ ਸਾਡੀ ਪੀੜ੍ਹੀ ਨੂੰ ਇਤਿਹਾਸ ਤੱਕ ਪਹੁੰਚ ਸਕੇ, ਆਪਣੀ ਜਾਣਕਾਰੀ ਪਹੁੰਚ ਸਕੇ। ਇੱਥੇ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈ ਮੇਰਾ ਕਿ ਕੋਈ ਮੇਰੀ ਹੀ ਵੀਡੀਓ ਵੇਖੇ, ਇਹਦਾ ਮਕਸਦ ਇਹ ਕਿ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਜਾਂ ਸਾਡੇ ਵੱਡਿਆਂ ਨੂੰ ਇਤਿਹਾਸ ਤੋਂ ਜਾਣੂ ਕਰਾ ਸਕੀਏ। ਇੰਜ ਦੀਆਂ ਵਿਚਾਰਾਂ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।